ਡਰ ਲੱਗਦਾ ਕਿ ਕੇਜਰੀਵਾਲ ਜੇ ਇੱਕ ਵਾਰੀ ਆ ਗਿਆ ਤਾਂ ਫਿਰ ਪੰਜਾਬ ਦੇ ਵਿੱਚ ਪੱਕਾ ਹੋ ਜਾਏਗਾ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਹੋਇਆ। ਭਾਜਪਾ ਦੇ ਪੂਰੇ ਸੰਗਠਨ ਨੇ ਤੈਅ ਕਰ ਲਿਆ ਸੀ ਕਿ ਭਾਜਪਾ ਆਪਣੇ ਬਲਬੂਤੇ ਦੇ ਉੱਤੇ ਪੰਜਾਬ ਦੇ ਵਿੱਚ ਚੁਣਾਵ 117 ਸੀਟਾਂ ਦੇ ਉੱਤੇ ਲੜੇਗੀ ਔਰ ਸਾਡੀ ਸਹਿਯੋਗੀ ਦਲ ਜਿਹੜੇ ਸਾਡੇ ਨਾਲ ਰਲੇ ਉਹ ਭਾਜਪਾ ਨੇ ਲੀਡ ਕਰਕੇ ਚੁਣਾਵ ਲੜਿਆ। ਬੜੀ ਵੱਡੀ ਜਿੱਤ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਅੰਦਰ ਲੋਕਾਂ ਨੇ ਬਹੁਤ ਵੱਡਾ ਸਮਰਥਨ ਦਿੱਤਾ ਹੈ, ਬਹੁਤ ਵੱਡਾ ਹੁੰਗਾਰਾ ਦਿੱਤਾ ਹੈ ਕਿ ਜਦੋਂ ਆਮ ਲੋਕਾਂ ਤੱਕ ਅਸੀਂ ਪਹੁੰਚੇ ਹਾਂ ਤੇ ਪਤਾ ਲੱਗਾ ਕਿ ਅੰਡਰ ਕਰੰਟ ਬਹੁਤ ਜ਼ਿਆਦਾ ਸੀ। ਜਿਹੜੀਆਂ ਦੂਜੀਆਂ ਸਰਕਾਰਾਂ ਸੀ ਉਲਟਾ ਪਲਟੀ ਵਾਲੀਆਂ ਆ ਰਹੀਆਂ, ਇੱਕ ਸਾਲ ਇੱਕ ਟਰਨ ਸਾਡੀ ਇੱਕ ਸਾਲ ਤੁਹਾਡੀ, ਉਹਦਾ ਨਤੀਜਾ ਸੀ ਕਿ ਲੋਕ ਫਾਇਦਾ सबका साथ सबका विकास का जो नारा लैके मोदी जी चले हुए ने उन्होंने लोगों ने बहुत बड़ा समर्थन दिता। पंजाब का भी बहुत बड़ा समर्थन मिले कि मानते हो कि डेरावाद जिहड़ा फैक्टर है पंजाब च काम कीता होएगा, जिवें प्रधानमंत्री मोदी जी नाल संत समाज की मीटिंग होनी। मैं किसी डेरावाद दे विच मैं बिलीव नहीं करता। जनता पार्टी का कभी भी कोई कार्यकर्ता ਕਿਸੇ ਵੀ ਆਪਣੇ ਵਿਰੋਧੀ ਤੋਂ ਡਰਦਾ ਨਹੀਂ। ਦਿੱਲੀ 'ਚ ਕੇਜਰੀਵਾਲ ਸਾਹਿਬ ਕਿੰਨੀਆਂ ਹੀ ਸੀਟਾਂ ਲੈ ਕੇ ਐਕਸਕਲੂਸਿਵ ਸਰਕਾਰ ਬਣਾ ਜਾਂਦੇ, ਉੱਥੇ ਕਦੀ ਈਵੀਐਮ ਉਹੀ ਈਵੀਐਮ ਉੱਥੋਂ ਹੁੰਦੀ ਉਹੀ ਇੱਥੇ ਹੁੰਦੀ ਹੈ। ਭਾਰਤੀ ਜਨਤਾ ਪਾਰਟੀ ਦੇ ਟਿਕਟ ਤੇ ਲੜ ਰਿਹਾ ਰਣਜੀਤ ਸਿੰਘ ਖੋਜੇਗਾ। ਉਸ ਬੰਦੇ ਦਾ ਪਿਛਲੇ ਸਾਲ 20 ਸਾਲਾਂ ਦਾ ਰਿਕਾਰਡ ਤੇ ਦੇਖੋ। ਅਨਾਜ ਮੰਡੀ 'ਚ ਅੱਜ ਵੀ ਜਾ ਕੇ ਦੇਖੋ, ਮਾਰਕੀਟ ਕਮੇਟੀ ਦੇ ਚੇਅਰਮੈਨ ਦੇ ਨਾਤੇ ਉਹਨੂੰ ਲੋਕ ਅੱਜ ਵੀ ਤਾਰੀਫ ਕਰਦੇ ਨੇ। ਅਸੀਂ ਸਾਰੇ ਭਲੀ ਭਾਂਤ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ 117 ਵਿਧਾਨ ਸਭਾ ਹਲਕੇ ਹਨ ਅਤੇ 117 ਹੀ ਐਮਐਲਏ। ਉਸ ਤੋਂ ਬਾਅਦ 59 ਸੀਟਾਂ ਤੇ ਜਿੱਤਣ ਵਾਲੀ ਪਾਰਟੀ ਸਰਕਾਰ ਬਣਾਉਂਦੀ ਹੈ। ਪਰ ਇਸ ਵੇਲੇ ਪੰਜਾਬ ਦੇ ਵਿੱਚ 1000 ਦੇ ਕਰੀਬ ਐਮਐਲਏ ਹਨ। ਪਾਰਟੀਆਂ ਵੱਲੋਂ ਅਤੇ ਪਾਰਟੀਆਂ ਵੱਲੋਂ ਆਪੋ ਆਪਣੀਆਂ ਪਾਰਟੀਆਂ ਵੱਲੋਂ ਸਰਕਾਰ ਬਣਾਉਣ ਦੇ ਦਾਅਵੇ ਕੀਤੇ ਜਾਂਦੇ ਹਨ। ਨਮਸਕਾਰ, ਤੁਸੀਂ ਜੁੜੇ ਹੋਏ ਹੋ ਨਿਊਜ਼ 9 ਪੰਜਾਬ ਦੇ ਨਾਲ ਤੇ ਮੈਂ ਹਾਂ ਸੰਜੀਵ ਸ਼ਰਮਾ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਭਾਜਪਾ ਦੇ ਪ੍ਰਦੇਸ਼ ਕਾਰਜਕਾਰਨੀ ਦੇ ਸਦੱਸਿਆ ਉਮੇਸ਼ ਸ਼ਾਰਦਾ ਜੀ। ਸ਼ਾਰਦਾ ਜੀ, ਸਵਾਗਤ ਹੈ ਤੁਹਾਡਾ ਨਿਊਜ਼ 9 ਪੰਜਾਬ ਦੇ। ਨਮਸਕਾਰ ਜੀ, ਨਮਸਕਾਰ, ਬਹੁਤ ਬਹੁਤ ਧੰਨਵਾਦ ਸੰਜੀਵ ਜੀ। ਸ਼ਾਰਦਾ ਜੀ, ਪੰਜਾਬ ਦੇ ਵਿੱਚ ਇਲੈਕਸ਼ਨਾਂ 20 ਫਰਵਰੀ ਨੂੰ ਹੋ ਗਈਆਂ। ਉਸ ਤੋਂ ਬਾਅਦ ਜਿਹੜਾ ਸਰਕਾਰ ਬਣਾਉਣ ਦਾ ਦਾਅਵੇ ਪੇਸ਼ ਕੀਤੇ ਜਾਂਦੇ ਹਨ। ਸਭ ਤੋਂ ਉੱਪਰ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਸਾਡੀ ਤਾਂ ਸਰਕਾਰ ਬਣ ਗਈ, ਸਿਰਫ 10 ਮਾਰਚ ਆਉਣ ਦੀ ਹੀ ਉਡੀਕ ਕਰ ਰਹੇ ਹਾਂ। ਪਿਛਲੇ ਕੁਝ ਦਿਨਾਂ ਤੋਂ ਭਾਜਪਾ ਵੱਲੋਂ ਵੀ ਦਾਅਵਾ ਕੀਤਾ ਜਾ ਰਿਹਾ ਕਿ ਅਸੀਂ ਸਰਕਾਰ ਬਣਾਉਣ ਜਾ ਰਹੇ ਹਾਂ। ਕੀ ਸੱਚਾਈ ਹੈ ਇਸ ਦੇ ਵਿੱਚ ਔਰ ਕਿਸ ਤਰ੍ਹਾਂ ਕਿਹੜੇ ਸਮੀਕਰਨ ਲੈ ਕੇ ਤੁਸੀਂ ਸਰਕਾਰ ਬਣਾਉਣ ਜਾ ਰਹੇ ਹੋ? ਭਾਰਤੀ ਜਨਤਾ ਪਾਰਟੀ ਨੇ ਦਾਅਵਾ ਕੁਝ ਦਿਨਾਂ ਤੋਂ ਨਹੀਂ ਕੀਤਾ ਜੀ। 2021 ਦੇ ਨਵੰਬਰ ਦੇ ਵਿੱਚ ਜਦੋਂ ਅਸੀਂ ਇੱਕ ਮਿਸ਼ਨ ਲੈ ਕੇ ਆਏ ਸੀ ਨਵਾਂ ਪੰਜਾਬ ਭਾਜਪਾ ਦੇ ਨਾਲ, ਉਸ ਤੋਂ ਸ਼ੁਰੂ ਹੋ ਕੇ ਸਾਡਾ ਸੰਗਠਨ ਜਿਹੜਾ ਉਹ ਉਸ ਨੀਤੀ ਤੇ ਚੱਲ ਰਿਹਾ ਸੀ। ਭਾਜਪਾ ਦੇ ਪੂਰੇ ਸੰਗਠਨ ਨੇ ਤੈਅ ਕਰ ਲਿਆ ਸੀ ਕਿ ਭਾਜਪਾ ਆਪਣੇ ਬਲਬੂਤੇ ਦੇ ਉੱਤੇ ਪੰਜਾਬ ਦੇ ਵਿੱਚ ਚੁਣਾਵ 117 ਸੀਟਾਂ ਦੇ ਉੱਤੇ ਲੜੇਗੀ ਔਰ ਸਾਡੀ ਸਹਿਯੋਗੀ ਦਲ ਜਿਹੜੇ ਸਾਡੇ ਨਾਲ ਰਲੇ ਉਹ ਭਾਜਪਾ ਨੇ ਲੀਡ ਕਰਕੇ ਚੁਣਾਵ ਲੜਿਆ ਉੱਥੇ ਜੀ। ਔਰ ਸਾਡਾ ਟੀਚਾ ਪੰਜਾਬ ਨੂੰ ਇੱਕ ਨਵਾਂ ਪੰਜਾਬ ਦੇਣ ਦਾ ਸੀ ਜੀ, ਔਰ ਉਹ ਅੱਜ ਵੀ ਹੈ। ਭਾਰਤੀ ਜਨਤਾ ਪਾਰਟੀ ਬੜੀ ਕੰਫਰਟੇਬਲ ਮੈਜੋਰਟੀ ਲੈ ਕੇ ਸਾਡੇ ਸਹਿਯੋਗੀ ਦਲ ਜਿਹੜੇ ਸਾਡੇ ਨਾਲ ਜਿੱਤ ਕੇ ਆ ਰਹੇ ਨੇ ਜੀ। ਪੰਜਾਬ ਦੇ ਅੰਦਰ 10 ਮਾਰਚ ਨੂੰ ਸਰਕਾਰ ਬਣਾਉਣ ਜਾ ਰਹੀ ਹੈ। ਬੜੀ ਵੱਡੀ ਜਿੱਤ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਅੰਦਰ ਲੋਕਾਂ ਨੇ ਬਹੁਤ ਵੱਡਾ ਸਮਰਥਨ ਦਿੱਤਾ ਹੈ, ਬਹੁਤ ਵੱਡਾ ਹੁੰਗਾਰਾ ਦਿੱਤਾ ਹੈ। ਜਿੱਥੇ ਲੋਕੀ ਪੰਜਾਬ ਦੇ ਵਿੱਚ ਨਸ਼ੇ ਤੋਂ ਤਰਸਤ ਨੇ, ਸੈਂਡ ਮਾਫੀਆ ਤੋਂ ਤਰਸਤ ਨੇ, ਡਰੱਗ ਮਾਫੀਆ ਤੋਂ ਤਰਸਤ ਨੇ, ਤੋਂ ਪਤਾ ਲੱਗਦਾ ਕਿ ਇਹ ਸਰਕਾਰ ਜਿਹੜੀ ਜਾ ਰਹੀ ਆ। ਸਰ, ਇਸੇ ਗੱਲ ਤੇ ਹੀ ਆ ਰਹੇ ਕਿ ਸਭ ਤੋਂ ਪਹਿਲਾਂ ਮੈਂ ਆਪਣੇ ਜਦੋਂ ਸਰੋਤਿਆਂ ਨਾਲ ਤੁਹਾਨੂੰ ਤਾਰੂਫ ਕਰਾਇਆ, ਗੱਲ ਇਹੋ ਹੀ ਹੋਈ ਹੈ ਕਿ ਆਮ ਆਦਮੀ ਪਾਰਟੀ ਵੀ ਸਰਕਾਰ ਬਣਾ ਰਹੀ ਹੈ। 117 ਐਮਐਲਏਜ਼ ਨੇ, ਲੇਕਿਨ 17 ਜਿਹੜੇ ਇੱਕ ਹਲਕੇ ਤੋਂ ਵੀ 6 ਲਾਈਏ ਤਾਂ ਤਕਰੀਬਨ 1000 ਦੇ ਕਰੀਬ ਐਮਐਲਏ ਬਣ ਜਾਂਦੇ ਨੇ ਔਰ ਰੋਜ਼ ਐਮਐਲਏ ਬਣਦੇ ਸੋਦੇ ਨੇ। ਪਾਰਟੀਆਂ ਵੱਲੋਂ ਸਰਕਾਰ ਬਣਾਈ ਜਾ ਰਹੀ ਹੈ। ਆਮ ਆਦਮੀ ਪਾਰਟੀ ਵੱਧ ਚੜ ਕੇ ਕਹਿ ਰਹੀ ਕਿ ਸਾਡੀ ਸਰਕਾਰ ਬਣ ਗਈ ਹੋਈ ਹੈ। ਸਾਡੀ ਦੇਖੋ ਉਹਨਾਂ ਦੀ ਖੁਸ਼ਫਹਿਮੀ ਦੇ ਉੱਤੇ ਅਸੀਂ ਉਹਨੂੰ ਗੁੱਡ ਵਿਸ਼ੇਸ ਦੇ ਸਕਦੇ ਹਾਂ ਜੀ।
ਅਗਰ ਕੋਈ ਪਾਰਟੀ ਕਲੇਮ ਕਰਦੀ ਹੈ, ਹਰ ਇੱਕ ਪਾਰਟੀ ਦਾਵਾ ਕਰਦੀ ਹੈ ਜੀ, ਲੇਕਿਨ ਉਹ ਦਾਵਾ ਸਾਹਮਣੇ 10 ਤਰੀਕ ਨੂੰ ਆਉਣ ਵਾਲਾ ਹੈ। ਨਹੀਂ ਆਮ 10 ਤਰੀਕ ਨੂੰ ਆਉਣ ਵਾਲਾ ਹੈ। ਔਰ ਮਜ਼ੇਦਾਰ ਗੱਲ ਦੇਖੋ, ਇੱਕ ਨੇਤਾ ਉਹਨਾਂ ਦਾ ਕਹਿੰਦਾ ਅਸੀਂ ਸਰਕਾਰ ਬਣਾ ਰਹੇ ਹਾਂ, ਦੂਸਰਾ ਕਹਿੰਦਾ ਅਸੀਂ ਈਵੀਐਮ ਨਾਲ ਛੇੜਛਾੜ ਹੋ ਸਕਦੀ ਹੈ ਜੀ, ਹਾਂਜੀ। ਜੀ। ਤੀਸਰਾ ਨੇਤਾ ਕਹਿੰਦਾ ਜੀ ਇਹ ਤਾਂ ਪਹਿਲਾਂ ਹੀ ਕੋਈ ਪ੍ਰੀਸੈਟ ਕੀਤੀਆਂ ਹੋਣਗੀਆਂ ਇਹਨਾਂ ਨੇ। ਉਹਨਾਂ ਦੀਆਂ ਅਲੱਗ-ਅਲੱਗ ਡਫਲੀਆਂ, ਅਲੱਗ-ਅਲੱਗ ਰਾਗ ਹੈ ਜੀ। ਸੰਗਠਨ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਇੱਕ ਬੂਥ ਤੇ ਚੁਣਾਵ ਲੜਿਆ ਸਾਰੇ ਪੰਜਾਬ ਦੇ ਅੰਦਰ। 73 ਸੀਟਾਂ ਦੇ ਉੱਤੇ ਡਾਇਰੈਕਟ ਰੂਪ ਦੇ ਵਿੱਚ ਅਸੀਂ ਪੰਜਾਬ 'ਚ ਚੁਣਾਵ ਲੜੇ ਹਾਂ। ਔਰ ਉਸ ਤੋਂ ਬਾਅਦ ਸਾਡੀਆਂ ਸਹਿਯੋਗੀ ਪਾਰਟੀਆਂ ਬਾਕੀ ਸੀਟਾਂ ਦੇ ਉੱਤੇ ਚੁਣਾਵ ਲੜੀਆਂ। ਸ਼ਾਰਦਾ ਜੀ, ਜੇ ਜ਼ਮੀਨੀ ਪੱਧਰ ਤੇ ਆਈਏ ਤਾਂ ਇੱਕ ਗੱਲ ਤਾਂ ਬਿਲਕੁਲ ਸਾਹਮਣੇ ਆਉਂਦੀ ਹੈ ਨਾ ਕਿ ਜੇ ਇਲੈਕਸ਼ਨ ਤੋਂ ਪਹਿਲਾਂ ਵੋਟਰ ਬਿਲਕੁਲ ਸਾਇਲੈਂਟ ਸੀ, ਉਸ ਤੋਂ ਬਾਅਦ ਉਹਨਾਂ ਨੇ ਕਿਹਾ, ਆਮ ਸੁਣਨ ਨੂੰ ਮਿਲ ਰਿਹਾ ਜਿੱਥੇ ਨਾ ਆਮ ਆਦਮੀ ਪਾਰਟੀ ਦਾ ਪ੍ਰਚਾਰ ਵੀ ਨਹੀਂ ਹੋਇਆ। ਇਸ ਚੀਜ਼ ਨੂੰ ਅੱਖੋਂ ਪਰੋਖੋ ਨਹੀਂ ਕਰ ਸਕਦੇ ਤੁਸੀਂ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੇ ਭਾਜਪਾ ਇਕਮੁੱਠ ਹੋ ਕੇ, ਭਾਜਪਾ ਦੀ ਜਿਹੜੀ ਗਰਾਊਂਡ ਲੈਵਲ ਦੇ ਲੋਕ ਨੇ ਉਹ ਜੇ ਇਕਮੁੱਠ ਹੋ ਕੇ ਵੋਟ ਕਰਨ ਤਾਂ ਨਤੀਜੇ ਵਾਕਿਆ ਹੀ ਜਿਵੇਂ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੇ ਕਿਹਾ ਸੀਗਾ ਕਿ ਵਿਚਿੱਤਰ ਆਉਣਗੇ। ਬਿਲਕੁਲ ਬੜੇ ਵਿਚਿੱਤਰ ਨਤੀਜੇ ਆਉਣ ਵਾਲੇ ਨੇ। ਭਾਜਪਾ ਇਕੱਠੀ ਹੋਈ ਨਹੀਂ ਦਿਖਾਈ ਦਿੱਤੀ। ਭਾਰਤੀ ਜਨਤਾ ਪਾਰਟੀ ਦਾ ਇੱਕ ਕਾਰਜਕਰਤਾ, ਜੀ, ਕੱਲੇ ਕਪੂਰਥਲਾ ਦੀ ਗੱਲ ਨਹੀਂ ਮੈਂ ਕਰਾਂਗਾ, ਮੈਂ ਪੂਰੇ ਪੰਜਾਬ ਦੀ ਕਰਾਂਗਾ। ਉਸ ਦਾ ਕਾਰਨ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਵਿੱਚ ਮੇਰੇ ਕੋਲ ਇਸ ਚੁਣਾਵਾਂ 'ਚ ਬੜੀ ਮਹੱਤਵਪੂਰਨ ਜ਼ਿੰਮੇਵਾਰੀ ਸੀ। ਜੀ, ਅਸੀਂ ਆਪਣੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਅਹੁਦੇ ਨਹੀਂ ਗਿਣਦੇ, ਅਸੀਂ ਜ਼ਿੰਮੇਵਾਰੀਆਂ ਗਿਣਦੇ ਹਾਂ। 73 ਸੀਟਾਂ ਦੇ ਉੱਤੇ ਬੂਥ ਮੈਨੇਜਮੈਂਟ ਦਾ ਸਾਰਾ ਕੰਮ, ਛੋਟੀਆਂ ਬੈਠਕਾਂ ਦਾ ਸਾਰਾ ਕੰਮ ਮੈਂ ਖੁਦ ਦੇਖ ਰਿਹਾ ਸੀ। ਜੀ, ਮੇਰੇ ਨਾਲ ਇੱਕ ਬਹੁਤ ਵੱਡੀ ਟੀਮ ਕੰਮ ਕਰ ਰਹੀ ਸੀ। ਜੀ, ਹਰ ਸੀਟ ਦੇ ਉੱਤੇ ਕੰਮ ਦੀ ਡੇਲੀ ਸਾਡੇ ਕੋਲ ਰਿਪੋਰਟ ਆਉਂਦੀ ਸੀ। ਔਰ ਉਹ ਸਾਰੀ ਰਿਪੋਰਟ ਦੇ ਵਿੱਚ ਜਿੱਥੇ ਸਾਨੂੰ ਕੋਈ ਕਮੀ ਪੇਸ਼ੀ ਲੱਗਦੀ ਸੀ, ਅਸੀਂ ਉਹਨਾਂ ਨੂੰ ਆਪਣੇ ਸੀਨੀਅਰਸ ਨਾਲ ਇੰਟਰੈਕਟ ਕਰਕੇ ਉਹਨੂੰ ਰਿਕਵਰ ਵੀ ਕਰ ਰਹੇ ਸੀ। ਭਾਰਤੀ ਜਨਤਾ ਪਾਰਟੀ ਨੇ ਜਿਹੜਾ ਚੁਣਾਵ ਹੈ ਜੀ, ਉਹ ਡਾਇਰੈਕਟ ਵੋਟਰ ਦੇ ਨਾਲ ਇੰਟਰੈਕਟ ਕਰਕੇ ਲੜਿਆ। ਔਰ ਜਦੋਂ ਤੁਸੀਂ ਆਮ ਆਦਮੀ, ਆਮ ਦਾ ਮਤਲਬ ਇੱਕ ਆਮ ਦੇਸ਼ ਦਾ ਸ਼ਹਿਰੀ, ਜੀ, ਇੱਕ ਵਸਨੀਕ, ਜਦੋਂ ਉਹਦੇ ਤੱਕ ਅਸੀਂ ਪਹੁੰਚ ਕੀਤੀ ਤੇ ਸਾਨੂੰ ਸਾਫ਼ ਨਜ਼ਰ ਆ ਰਿਹਾ, ਇਹ ਨਹੀਂ ਚੁਣਾਵਾਂ 20 ਤਰੀਕ ਤੱਕ ਹੀ, 20 ਤੋਂ ਬਾਅਦ ਵੀ ਰਿਪੋਰਟਸ ਜਿਹੜੀਆਂ ਹੈਗੀਆਂ, ਉਹ ਤੁਸੀਂ ਵੀ ਇਹ ਗੱਲ ਕਹਿ ਰਹੇ ਹੋ ਕਿ ਜਦੋਂ ਆਮ ਲੋਕਾਂ ਤੱਕ ਅਸੀਂ ਪਹੁੰਚੇ ਹਾਂ ਤੇ ਪਤਾ ਲੱਗਾ ਕਿ ਅੰਡਰ ਕਰੰਟ ਬਹੁਤ ਜ਼ਿਆਦਾ ਸੀ ਲੋਕਾਂ ਦੇ ਅੰਦਰ 5 ਸਾਲ ਦੀ। ਔਰ ਉਸ ਤੋਂ ਪਹਿਲਾਂ ਜਿਹੜੀਆਂ ਦੂਜੀਆਂ ਸਰਕਾਰਾਂ ਸੀ ਅਲਟਾ ਪਲਟੀ ਵਾਲੀਆਂ ਆਉਂਦੀਆਂ, ਇੱਕ ਸਾਲ ਇੱਕ ਟਰਮ ਸਾਡੀ, ਇੱਕ ਸਾਲ ਤੁਹਾਡੀ, ਉਹਦਾ ਨਤੀਜਾ ਸੀ ਕਿ ਲੋਕ ਫੈਡ ਅਪ ਨੇ। ਸੈਕੰਡਲੀ, ਸਾਡੇ ਪ੍ਰਧਾਨ ਮੰਤਰੀ ਆਦਰਨੀ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਨੇ ਜੋ ਪਿਛਲੇ 7 ਸਾਲ 'ਚ ਇਸ ਦੇਸ਼ ਵਾਸਤੇ ਕੀਤਾ, ਉਹ ਬਹੁਤ ਵੱਡਾ ਲੋਕਾਂ ਨੇ ਹੁੰਗਾਰਾ ਦਿੱਤਾ। ਗਰੀਬਾਂ ਤੱਕ ਸਭ ਕਾ ਸਾਥ ਸਭ ਕਾ ਵਿਕਾਸ ਦਾ ਜਿਹੜਾ ਨਾਰਾ ਲੈ ਕੇ ਮੋਦੀ ਜੀ ਚੱਲੇ ਹੋਏ ਨੇ, ਉਹਨਾਂ ਨੂੰ ਲੋਕਾਂ ਨੇ ਬਹੁਤ ਵੱਡਾ ਸਮਰਥਨ ਦਿੱਤਾ। ਪੰਜਾਬ ਦਾ ਵਿੱਚ ਵੀ ਬਹੁਤ ਵੱਡਾ ਸਮਰਥਨ ਮਿਲਿਆ ਔਰ ਬੜੀ ਕੰਫਰਟੇਬਲ ਲੀਡ ਲੈ ਕੇ ਭਾਰਤੀ ਜਨਤਾ ਪਾਰਟੀ ਆਪਣੀ ਸਰਕਾਰ ਬਣਾ ਰਹੀ ਹੈ। ਸ਼ਾਰਦਾ ਜੀ, ਵੈਸੇ 20 ਫਰਵਰੀ ਨਿਕਲ ਚੁੱਕੀ ਹੈ, ਹੁਣ ਕੁਝ ਗੱਲਾਂ ਜਿਹੜੀਆਂ ਡਿਸਕਲੋਜ਼ ਹੋ ਸਕਦੀਆਂ ਕਿ ਕੀ ਮੰਨਦੇ ਹੋ ਕਿ ਡੇਰਾਵਾਦ ਜਿਹੜਾ ਫੈਕਟਰ ਹੈ ਪੰਜਾਬ 'ਚ ਕੰਮ ਕੀਤਾ ਹੋਏਗਾ? ਜਿਵੇਂ ਪ੍ਰਧਾਨ ਮੰਤਰੀ ਮੋਦੀ ਜੀ ਨਾਲ ਸੰਤ ਸਮਾਜ ਦੀ ਮੀਟਿੰਗ ਹੋਣੀ, ਡੇਰਾ ਬਿਆਸ ਵਾਲਿਆਂ ਦੇ ਜਿਹੜੇ ਹੈਗੇ ਨੇ ਸਰਵੋ ਸਰਵਾ, ਉਹਨਾਂ ਵੱਲੋਂ ਮੋਦੀ ਸਾਹਿਬ ਨਾਲ ਮੀਟਿੰਗ ਕਰਨੀ, ਅਮਿਤ ਸ਼ਾਹ ਜੀ ਨਾਲ ਮੋਦੀ ਕਰਨੀ। ਪ੍ਰਧਾਨ ਮੰਤਰੀ ਮੋਦੀ ਜੀ ਪਹਿਲੀ ਵਾਰ ਐਸੇ ਲੋਕਾਂ ਦਾ ਨਾਲ ਨਹੀਂ ਮਿਲੇ। ਜੀ, ਮੈਂ ਇਹ ਗੱਲ ਕਹਾਂਗਾ, ਉਹ ਬਾਈ ਨੇਚਰ ਉਹਨਾਂ ਦਾ ਮਿਲਣਾ ਜੁਲਦਾ ਇੰਟੈਲੈਕਚੁਅਲ ਨਾਲ, ਹਰ ਸਮਾਜ ਦੇ ਨਾਲ ਚੁਣਾਵਾਂ ਦੇ ਇਰਰੈਲੇਵੈਂਟ ਵੀ ਹੈ ਰਹਿੰਦਾ। ਜੀ, ਉਹ ਸਮਾਜ ਔਰ ਦੇਸ਼ ਵਾਸਤੇ ਹਰ ਵੇਲੇ 24 ਘੰਟੇ ਪ੍ਰਤੀਬੱਧ ਨੇ ਉੱਥੋਂ ਦੇਸ਼ ਦੀ ਤਰੱਕੀ ਵਾਸਤੇ। ਨਹੀਂ, ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਉਹਨਾਂ ਨਾਲ ਮੈਂ ਕਿਸੇ ਡੇਰਾਵਾਦ ਦੇ ਵਿੱਚ ਮੈਂ ਬਲੀਵ ਨਹੀਂ ਕਰਦਾ। ਨਹੀਂ, ਇਹਨਾਂ ਚੀਜ਼ਾਂ ਨਾਲ ਫਰਕ ਪਿਆ ਹੋਏਗਾ ਵੋਟਾਂ ਨੂੰ? ਦੇਖੋ ਜੀ, ਇਹ ਤਾਂ ਜਿਹੜੇ ਲੋਕ ਚਲਾਉਂਦੇ ਨੇ ਇਹ ਉਹ ਦੱਸ ਸਕਦੇ ਆ, ਜਿਹੜੇ ਫਾਲੋਅਰਸ ਨੇ ਉਹ ਦੱਸ ਸਕਦੇ ਆ। ਮੇਰਾ ਸਾਡਾ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਨੇਸ਼ਨ ਫਸਟ ਦੀ ਮੈਥੋਲੋਜੀ ਉੱਤੇ ਕੰਮ ਕਰਦਾ ਹੈ ਜੀ, ਨੈਕਸਟ ਆਰਗੇਨਾਈਜੇਸ਼ਨ ਲਈ ਕੰਮ ਕਰਦਾ, ਸੈਲਫ ਨੂੰ ਲਾਸਟ ਵਿੱਚ ਰੱਖਦਾ ਜੀ। ਇਹ ਹੁਣ ਜਿਹੜੇ ਧਾਰਮਿਕ ਸੰਗਠਨ ਨੇ, ਸਮਾਜਿਕ ਸੰਗਠਨ ਨੇ, ਉਹਨਾਂ ਨੇ ਅੱਗੇ ਆ ਕੇ ਮੋਦੀ ਜੀ ਦੀਆਂ ਨੀਤੀਆਂ ਨੂੰ ਸੈਕੰਡ ਕਰਕੇ, ਪ੍ਰੇਜ਼ ਕਰਕੇ, ਮੋਦੀ ਜੀ ਦੀਆਂ ਜਿਹੜੀਆਂ ਦੇਸ਼ ਦੇ ਵਾਸਤੇ ਸਮਰਪਿਤ ਨੀਤੀਆਂ ਨੇ ਉਹ ਪੰਜਾਬ 'ਚ ਵੀ ਸੋ ਮੋਟੋ ਲਾਗੂ ਹੋ ਸਕਣ। ਅਗਰ ਉਹ ਡੇਰੇ ਅੱਗੇ ਆਏ ਨੇ, ਉਹ ਧਾਰਮਿਕ ਸਥਾਨ ਅੱਗੇ ਆਏ ਨੇ, ਧਾਰਮਿਕ ਲੀਡਰਸ ਅੱਗੇ ਆਏ ਨੇ,
ਤੇ ਉਹਨਾਂ ਦਾ ਧੰਨਵਾਦ ਕਰਾਂਗੇ ਜੀ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕਾਂ ਦੇ ਵਿੱਚ ਇੱਕ ਚਰਚਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਲ ਕੇ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਏਗੀ, ਮਹਾਗਠਬੰਧਨ। ਕੀ ਕਹਿਣਾ ਚਾਹੋਗੇ ਇਹਦੇ ਤੇ? ਦੇਖੋ, ਡੈਮੋਕ੍ਰੇਸੀ ਇਜ਼ ਅ ਨੰਬਰਸ ਗੇਮ ਜੀ। ਤੁਸੀਂ ਪਹਿਲਾਂ ਆਪਣੀ ਗੱਲਬਾਤ ਸ਼ੁਰੂ ਕੀਤੀ 117 ਚੋਂ 59 ਵਾਲਾ ਸਰਕਾਰ ਬਣਾ ਰਿਹਾ ਜੀ, ਔਰ ਉਹ ਸਮੇਂ ਆਉਣ ਤੇ ਪਤਾ ਲੱਗੇਗਾ ਕਿਹੜੇ 59 ਕਿਸ ਤਰ੍ਹਾਂ ਹੁੰਦੇ ਆ। ਇਸ ਚੀਜ਼ ਦੀ ਚਰਚਾ ਪਾਰਟੀ ਲੈਵਲ ਤੇ ਵੀ ਕੁਝ ਹੈ ਜਿਹੜੀ ਇਹ ਜਨਤਾ ਦੇ ਵਿੱਚ ਹਾਲੇ ਆਈ ਤੱਕ ਹੈ? ਸਾਡੀ ਕੋਈ ਪਾਰਟੀ ਦੇ ਲੈਵਲ ਤੇ ਚਰਚਾ ਨਹੀਂ, ਅਜੇ ਤੱਕ ਕੋਈ ਚਰਚਾ ਐਸੀ ਨਹੀਂ ਜੀ। ਬਾਕੀ ਲਾਈਕ ਮਾਈਂਡਡ ਪਾਰਟੀਆਂ, ਦੇਖੋ ਮਹਾਰਾਸ਼ਟਰ ਦੇ ਅੰਦਰ ਸਾਡੇ ਨਾਲ ਸਾਡਾ ਅਲਾਈ ਹੋ ਕੇ ਉਹਨਾਂ ਨੇ ਵਿਰੋਧੀ ਪਾਰਟੀਆਂ ਦੇ ਨਾਲ ਸਮਝੌਤਾ ਕਰਕੇ, ਇਹ ਨੰਬਰਸ ਗੇਮ ਹੈ ਜੀ। ਔਰ ਅਸੀਂ ਕਿਤੇ ਕੋਈ ਵਾਇਲੈਂਟ ਨਹੀਂ ਹੋਏ ਉਸ ਚੀਜ਼ ਦੇ ਉੱਤੇ ਜੀ। ਜਿਹਦੇ ਕੋਲ ਨੰਬਰਸ ਹੋਣਗੇ। ਜੀ। ਸ਼ਿਵ ਸੈਨਾ ਸਾਡੇ ਨਾਲ ਅਲਾਈਅੰਸ ਕਰਕੇ ਇਲੈਕਸ਼ਨ ਲੜੀ ਸੀ ਜੀ, ਬਿਲਕੁਲ। ਉਸ ਤੋਂ ਪਿਛਲੀ ਟਰਮ ਦੇ ਵਿੱਚ ਅਸੀਂ ਅਲੱਗ-ਅਲੱਗ ਲੜੇ ਸੀ, ਉਸ ਤੋਂ ਬਾਅਦ ਇਕੱਠੇ ਹੋਏ। ਜੀ। ਸੋ ਸੰਭਾਵਨਾਵਾਂ ਦੀ ਕੋਈ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿੰਦੀ ਜਦੋਂ ਨੰਬਰਸ ਦੇ ਵਿੱਚ ਡੈਮੋਕ੍ਰੇਸੀ ਦੇ ਲੋਕਤੰਤਰ ਹੈ। ਇਹ ਰਾਜਤੰਤਰ ਨਹੀਂ ਹੈ, ਇਹ ਲੋਕਤੰਤਰ ਹੈ ਜੀ। ਲੋਕਤੰਤਰ ਦੇ ਵਿੱਚ ਤੁਹਾਡੇ ਵਿਚਾਰ ਮਿਨੀਮਮ ਕਾਨੂੰਨ ਪ੍ਰੋਗਰਾਮ ਦੇ ਵਿੱਚ ਆ UPA 1 ਜਿਹੜੀ ਆ ਉਹਦੇ ਵਿੱਚ ਤੁਹਾਡੇ ਕੋਲ ਇਸ ਤੋਂ ਵੱਡਾ ਤੂਫਾਨੀ ਕੋਈ ਨਹੀਂ ਸੀ। ਪਤਾ ਨਹੀਂ ਕਿੰਨੀਆਂ ਪਾਰਟੀਆਂ ਸੀ, ਨੰਬਰ ਆਫ ਪਾਰਟੀ ਸਾਨੂੰ ਪਤਾ ਹੀ ਨਹੀਂ ਸੀ। ਇਹ ਕੋਈ ਅਟਲ ਜੀ ਦੀ ਸਰਕਾਰ ਥੋੜਾ ਸੀ ਵੀ ਇੱਕ ਵੋਟ ਦੀ ਖਾਤਰ ਰਿਜ਼ਾਈਨ ਕਰਕੇ ਚਲੇ ਜਾਣਗੇ। ਉਹ ਕਹਿੰਦੇ ਮੈਂ ਖਰੀਦਣੀ ਨਹੀਂ। ਇੱਥੇ ਤਾਂ ਸੌਦੇ ਕਰਦੇ ਨੇ ਇਹ ਲੋਕ। ਨਹੀਂ, ਹੁਣ ਇਹ ਇਲਜ਼ਾਮ ਭਾਰਤੀ ਜਨਤਾ ਪਾਰਟੀ ਤੇ ਆਉਂਦਾ। ਭਾਰਤੀ ਜਨਤਾ ਪਾਰਟੀ ਦੇ ਚਰਿੱਤਰ ਦੇ ਉੱਤੇ, ਭਾਰਤੀ ਜਨਤਾ ਪਾਰਟੀ ਦੇ ਚਰਿੱਤਰ ਦੇ ਉੱਤੇ ਅਗਰ ਕੋਈ 1% ਵੀ ਕਲੇਮ ਕਰ ਦੇਵੇ। ਆਪਣੇ ਦਰਸ਼ਕਾਂ ਕੋਲੋਂ ਮਾਫੀ ਚਾਹਾਂਗੇ ਕਿ ਟੈਕਨੀਕਲੀ ਫਾਲਟ ਦਾ ਕਰਕੇ ਅਸੀਂ ਇਸ ਪ੍ਰੋਗਰਾਮ ਨੂੰ, ਕਿਉਂਕਿ ਇੱਕ ਮੁੱਦਾ ਸੀ ਪੰਜਾਬ ਦਾ, ਪੰਜਾਬ ਦੀ ਜਨਤਾ ਦਾ, ਟੈਕਨੀਕਲੀ ਫਾਲਟ ਕਰਕੇ ਅਸੀਂ ਇਸੇ ਨੂੰ ਹੀ ਕੰਟੀਨਿਊ ਕਰਾਂਗੇ, ਇਸੇ ਮੁੱਦੇ ਨੂੰ। ਸ਼ਾਰਦਾ ਜੀ, ਗੱਲ ਹੋ ਰਹੀ ਸੀਗੀ ਕਿ ਭਾਜਪਾ ਤੇ ਵੀ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਨੇ ਅਸਮ 'ਚ ਤੇ ਮੱਧ ਪ੍ਰਦੇਸ਼ ਵਿੱਚ ਸਰਕਾਰ ਬੋਲੀ ਲਾ ਕੇ ਬਣਾਈ ਗਈ। ਅਸਮ ਦੇ ਵਿੱਚ ਸਰਕਾਰ ਸ਼ਰਮਾ ਜੀ ਬਿਲਕੁਲ ਨੀਟ ਐਂਡ ਕਲੀਨ ਮੈਜੋਰਟੀ ਦੇ ਨਾਲ ਗੋਆ ਦੇ ਵਿੱਚ ਵੀ ਉਹਨਾਂ ਨੇ ਖੁੱਲਾ ਸਮਰਥਨ ਸਾਨੂੰ ਆਪ ਦਿੱਤਾ। ਔਰ ਜਿਹੇ ਕੋਈ ਬੋਲੀ ਲਾ ਕੇ ਸਰਕਾਰ ਬਣਦੀ ਹੈ ਨਾ, ਤਾਂ ਉਹ ਬੋਲੀ ਦੇ ਭਾਅ ਰੋਜ਼ ਬਦਲਦੇ ਹੁੰਦੇ ਆ। ਇੱਕ ਵਿਚਾਰਾਂ ਦੇ ਵਿੱਚ ਆਪਸ 'ਚ ਤਾਲਮੇਲ ਹੋਣਾ, ਉਹ ਜਿਹੜਾ ਇੱਕ ਅਲੱਗ ਵਿਸ਼ੇ ਹੁੰਦਾ। ਔਰ ਵਿਚਾਰਕ ਸਾਂਝ ਹੋਣ ਕਰਕੇ ਜਿਹੜੇ ਸਾਨੂੰ ਬਾਕੀ ਪਾਰਟੀਆਂ ਦੇ ਲੋਕਾਂ ਨੇ ਗੋਆ ਦੇ ਵਿੱਚ ਸਮਰਥਨ ਦਿੱਤਾ, ਔਰ ਸਰਕਾਰ ਬੜੀ ਆਰਾਮ ਦੇ ਨਾਲ ਈਜ਼ੀ ਗੋਇੰਗ ਸਰਕਾਰ ਚੱਲੀ, ਲੋਕਾਂ ਦੇ ਹਿੱਤਾਂ ਵਿੱਚ ਕੰਮ ਕੀਤਾ ਉਹਨੇ। ਔਰ ਫਿਰ ਨਵੀਂ ਸਰਕਾਰ ਸਾਡੀ ਬੜੀ ਵਧੀਆ ਤਰੀਕੇ ਦੇ ਨਾਲ ਗੋਆ। ਮੱਧ ਪ੍ਰਦੇਸ਼ ਦੇ ਵਿੱਚ ਕਿਸ ਤਰ੍ਹਾਂ? ਮੱਧ ਪ੍ਰਦੇਸ਼ ਦੇ ਵਿੱਚ ਕਾਂਗਰਸ ਦੇ ਚੀਫ ਮਿਨਿਸਟਰ ਤੋਂ ਦੁਖੀ ਹੋ ਕੇ ਹੀ ਉੱਥੋਂ ਦੇ ਵਿਧਾਇਕਾਂ ਨੇ ਆਪ ਛੱਡਿਆ। ਸ਼ਾਰਦਾ ਜੀ, ਕੀ ਕਹਿਣਾ ਚਾਹੋਗੇ ਕਿ ਇਹ ਡੈਮੋਕ੍ਰੇਸੀ ਹੈ, ਕੋਈ ਰਿਜ਼ਲਟ ਕੋਈ ਵੀ? ਬਿਲਕੁਲ ਇਟਸ ਅ ਨੰਬਰਸ ਗੇਮ। ਔਰ ਵਿਚਾਰਕ ਸਾਂਝਾਂ ਹਰ ਪੋਲੀਟੀਕਲ ਪਾਰਟੀ ਦੀਆਂ ਇੱਕ ਦੂਸਰੇ ਦੇ ਨਾਲ ਕਿਤੇ ਨਾ ਕਿਤੇ ਕੁਝ ਪੁਆਇੰਟਾਂ ਤੇ ਮਿਲਦੀਆਂ। ਜਿਸ ਜੋਸ਼ ਖਰੋਸ਼ ਨਾਲ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਵਰਕਰ, ਅਹੁਦੇਦਾਰ ਕਹਿ ਰਹੇ ਨੇ ਕਿ ਅਸੀਂ ਸਰਕਾਰ ਬਣਾਵਾਂਗੇ, ਜੇ ਨੰਬਰ ਨਹੀਂ ਪੂਰੇ ਹੁੰਦੇ ਤਾਂ ਕੀ ਵਿਪਕਸ਼ ਵਿੱਚ ਬੈਠਣਾ ਪਸੰਦ ਕਰੋਗੇ? ਦੇਖੋ, ਅਗਰ ਸਾਡੇ ਕੋਲ ਇੰਨੇ ਨੰਬਰਸ ਨਾ ਹੋਏ ਤਾਂ ਅਸੀਂ ਵਿਰੋਧੀ ਧਿਰ ਦਾ ਕੰਮ ਵੀ, ਆਪੋਜੀਸ਼ਨ ਦਾ ਵੀ ਬੜਾ ਵਧੀਆ ਨਿਭਾਵਾਂਗੇ ਪੰਜਾਬ ਦੇ ਅੰਦਰ, ਲੇਕਿਨ ਪੰਜਾਬ ਦੇ ਹਿੱਤ ਵਾਸਤੇ, ਪੰਜਾਬ ਦੇ ਹਿੱਤ ਵਾਸਤੇ। ਡਰ ਲੱਗਦਾ ਕਿ ਕੇਜਰੀਵਾਲ ਜੇ ਇੱਕ ਵਾਰੀ ਆ ਗਿਆ ਤਾਂ ਫਿਰ ਪੰਜਾਬ ਦੇ ਵਿੱਚ ਪੱਕਾ ਹੋ ਜਾਏਗਾ, ਜਿਸ ਤਰ੍ਹਾਂ ਦਿੱਲੀ ਦੇ ਵਿੱਚ ਹੋਇਆ। ਭਾਰਤੀ ਜਨਤਾ ਪਾਰਟੀ ਦਾ ਕਦੇ ਵੀ ਕੋਈ ਕਾਰਜਕਰਤਾ ਕਿਸੇ ਵੀ ਆਪਣੀ ਵਿਰੋਧੀ ਤੋਂ ਡਰਦਾ ਨਹੀਂ। ਜੇ ਡਰਦਾ ਹੁੰਦਾ ਤੇ 1.5 ਸਾਲ ਜਿਹੜੇ ਨਕਲੀ ਕਿਸਾਨ ਸਾਡੇ ਖਿਲਾਫ ਧਰਨੇਬਾਜ਼ੀ, ਸਾਡੇ ਤੇ ਅਤਿਆਚਾਰ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ, ਘਰਾਂ ਦੇ ਅੰਦਰ ਲੁੱਕ ਕੇ ਨਹੀਂ ਬੈਠਾ। ਨਹੀਂ, ਡਰ ਕੇ ਨਹੀਂ ਬੈਠਾ, ਲੇਕਿਨ ਅਨਿਲ ਜੋਸ਼ੀ ਵਰਗੇ ਧੜੱਲੇਦਾਰ ਜਿਹੜੇ ਸੀਗੇ ਤੁਹਾਡੇ ਲੀਡਰ, ਉਹ ਭੱਜ ਗਏ। ਵਿਸ਼ੇਸ਼ ਦੀ ਚਰਚਾ ਦੇ ਵਿੱਚ ਨਹੀਂ ਪੈਣਾ ਚਾਹੁੰਦਾ। ਉਹਨਾਂ ਨੇ ਕੀ ਸੋਚਿਆ ਹੋਊਗਾ ਉਸ ਵੇਲੇ, ਇਹ ਉਹਨਾਂ ਦੀ ਬੁੱਧੀ ਜਾਣਦੀ ਹੈ। ਉਹ ਦੇਖੋ, ਅਗਰ ਉਹ ਸੋਚ ਕੇ ਗਏ ਤੇ ਕੁਝ ਬਹੁਤ ਸੇ ਹੋਰ ਪਾਰਟੀਆਂ ਦੇ ਲੋਕ ਵੀ ਸਾਡੀਆਂ ਨੀਤੀਆਂ ਨੂੰ ਪਸੰਦ ਕਰਕੇ ਆਪਣੀ ਪਾਰਟੀ ਨੂੰ ਛੱਡ ਕੇ ਸਾਡੇ ਵਿੱਚ ਆਏ। ਜੇ 10 ਤਰੀਕ ਨੂੰ ਰਿਜ਼ਲਟ ਤੁਹਾਡੇ ਅਨੁਕੂਲ ਨਹੀਂ ਆਉਂਦਾ ਤਾਂ ਕੀ EVM ਤੇ ਕੋਈ ਜ਼ਿੰਮੇਵਾਰੀ ਥੋਪੋਗੇ ਜਾਂ ਪ੍ਰਸ਼ਾਸਨ ਤੇ? ਇਹ ਕੰਮ ਕਾਂਗਰਸੀਆਂ ਦਾ, ਇਹ ਕੰਮ ਆਪੀਆਂ ਦਾ ਵਾ, ਆਮ ਆਦਮੀ ਪਾਰਟੀਆਂ ਦੇ ਲੋਕਾਂ ਦਾ ਵਾ। ਸਾਡਾ ਕੰਮ ਕਦੀ EVM ਨੂੰ ਵਿਰੋਧ, ਜੇ ਅਸੀਂ EVM ਦਾ ਵਿਰੋਧ ਬੰਗਾਲ 'ਚ ਨਹੀਂ ਕਦੀ ਸੋਚਿਆ। ਭਾਰਤੀ ਜਨਤਾ ਪਾਰਟੀ 3 ਤੋਂ 77 ਤੇ ਪਹੁੰਚੀ, ਉੱਥੇ EVM 'ਚ ਕੋਈ ਨਹੀਂ ਕਿਸੇ ਤਰ੍ਹਾਂ ਦੀ ਗੜਬੜੀ ਹੋਈ। ਗੜਬੜੀ ਹੁੰਦੀ ਹੈ UP ਦੇ ਵਿੱਚ, ਗੜਬੜੀ ਹੁੰਦੀ ਹੈ ਮੱਧ ਪ੍ਰਦੇਸ਼ ਦੇ ਵਿੱਚ, ਗੜਬੜੀ ਹੁੰਦੀ ਗੁਜਰਾਤ ਵਿੱਚ, ਜਿੱਥੇ ਪਾਰਲੀਮੈਂਟ ਦਾ ਚੁਣਾਵ ਆਉਂਦਾ 303 ਸੀਟਾਂ। EVM ਨਾਲ ਛੇੜਛਾੜ,
ਦਿੱਲੀ 'ਚ ਕੇਜਰੀਵਾਲ ਸਾਹਿਬ ਕਿੰਨੀਆਂ ਹੀ ਸੀਟਾਂ ਲੈ ਕੇ ਐਕਸਕਲੂਸਿਵ ਸਰਕਾਰ ਬਣਾ ਜਾਂਦੇ, ਉੱਥੇ ਕਦੀ ਈਵੀਐਮ, ਉਹੀ ਈਵੀਐਮ ਉੱਥੋਂ ਹੁੰਦੀ, ਉਹੀ ਇੱਥੇ ਹੁੰਦੀ ਹੈ। ਇਹ ਪਖੰਡ ਕਰਦੇ ਨੇ ਇਹਨਾਂ ਦੇ ਜਾ ਕੇ ਨੇਤਾਗਣ ਉੱਥੇ ਬਾਹਰ ਮਾਈਕ ਲੈ ਕੇ। ਸ਼ਾਇਦ ਇੱਕ ਦਿਨ ਤੁਸੀਂ ਵੀ ਗੱਲ ਕਰ ਰਹੇ ਸੀਗੇ ਉਹਨਾਂ ਦੇ ਵਿਧਾਇਕ ਦੇ ਕੈਂਡੀਡੇਟ ਦੇ ਨਾਲ, ਉਹ ਵੀ ਕਹਿੰਦੇ ਸੀ ਮੈਂ ਇੱਥੇ ਰਜਾਈ ਲੈ ਕੇ ਲੰਮੀ ਪੈ ਜਾਣਾ। ਮੈਂ ਤਾਂ ਉਸ ਦਿਨ ਤੋਂ ਬਾਅਦ ਕਾਲਜ ਰੋਡ ਤੋਂ ਰੋਜ਼ ਲੰਘਦਾ, ਨਾ ਤਾਂ ਮੈਨੂੰ ਕੋਈ ਰਜਾਈ ਲੱਭੀ ਹੈ ਤੇ ਨਾ ਹੀ ਕੈਂਡੀਡੇਟ ਲੱਭਾ ਤੁਹਾਡੇ ਐਪੀਸੋਡ ਨੂੰ ਸੁਣਨ ਤੋਂ ਬਾਅਦ। ਇਟਸ ਪ੍ਰੈਕਟੀਕਲ ਮੈਂ ਰੋਜ਼ ਉੱਧਰ ਦੀ ਜਾਣਾ, ਉਸੇ ਰਸਤੇ ਜਿੱਥੇ ਬੈਰੀਕੇਡ ਲੱਗੀ ਉੱਥੋਂ ਨਿਕਲ ਕੇ ਯੂ ਟਰਨ ਲੈ ਕੇ ਤੇ ਮੈਂ ਗੁਰਦੁਆਰਾ ਸਾਹਿਬ ਦੇ ਕੋਲੋਂ ਦੀ ਲੰਘ ਕੇ ਜਾਣਾ। ਮੈਨੂੰ ਦੋਨੋਂ ਕਾਰਨਰ ਤੇ ਜਿੱਥੇ ਬੈਰੀਕੇਡ ਲੱਗੇ ਹੋਏ, ਜਿੱਥੋਂ ਸਿਵਲੀਅਨ ਕੋਈ ਵੀ ਅਗਾਂਹ ਨਹੀਂ ਵੱਧ ਸਕਦਾ, ਕੋਈ ਨੇਤਾ ਨਜ਼ਰ ਨਹੀਂ ਆਇਆ। ਇਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਗੁੰਮਰਾਹ ਕਰਕੇ ਲੋਕਾਂ ਨੂੰ ਪੁੱਠੇ ਰਸਤੇ ਪਾਉਂਦੇ ਨੇ। ਦੇ ਆਰ ਜਸਟ ਉਹ ਇਹਨਾਂ ਨੂੰ ਕੀ ਕਵਾਂਗੇ, ਇਹ ਤਮਾਸ਼ਾ ਕਰਨ ਆਏ ਨੇ, ਇਹ ਤਮਾਸ਼ਾ ਕਰਨ ਆਏ ਨੇ। ਭੈਣ ਮੰਜੂ ਰਾਣਾ ਜੀ ਦਾ ਮੈਂ ਬਹੁਤ ਰਿਗਾਰਡ ਜਾਤੀ ਤੌਰ ਦੇ ਉੱਤੇ ਕਰਦਾ। ਉਹ ਜੁਡੀਸ਼ਰੀ ਦੇ ਵਿੱਚ ਕੰਮ ਕੀਤਾ ਉਹਨਾਂ ਨੇ, ਜਿੱਦਾਂ ਦਾ ਵੀ ਰਿਕਾਰਡ ਉਹਨਾਂ ਦਾ ਰਿਹਾ ਹੋਊ ਉਹ ਜਾਣਨ ਦਾ, ਉਹਨਾਂ ਦਾ ਕੰਮ ਜਾਣੇ। ਲੇਕਿਨ ਐਸੇ ਅਡੰਬਰ ਰਚਨ ਦਾ ਆਦਿ ਕਿਸੇ ਅੱਛੇ ਰਾਜਨੀਤਿਕ ਦੀ ਸੰਗਿਆ ਦੀ ਪਛਾਣ ਨਹੀਂ ਹੁੰਦੀ, ਕੋਈ ਫਾਇਦਾ ਨਹੀਂ ਹੁੰਦਾ। ਲੋਕਾਂ 'ਚ ਜਾਓ, ਲੋਕਾਂ ਦੀਆਂ ਸਮੱਸਿਆ ਦੇ ਉੱਤੇ ਚਰਚਾ ਕਰੋ। ਅਸੀਂ ਲੋਕ ਬੈਠੇ ਹਾਂ, ਅਸੀਂ ਚਰਚਾ ਕਰਦੇ ਹਾਂ, ਅਸੀਂ ਧਾਰਮਿਕ ਸਥਾਨਾਂ 'ਤੇ ਜਾਂਦੇ ਹਾਂ, ਅਸੀਂ ਸਮਾਜਿਕ ਸਥਾਨਾਂ 'ਤੇ ਜਾਂਦੇ ਹਾਂ, ਅਸੀਂ ਸਰਕਾਰ 'ਚ ਹੋਈਏ ਚਾਹੇ ਨਾ ਹੋਈਏ, ਵੀ ਆਰ ਕਮਿਟਡ ਟੂ ਦਾ ਸੋਸਾਇਟੀ। ਇੱਕ ਪੁਰਾਣੇ ਬੀਜੇਪੀ ਦੇ ਕਾਰਜਕਰਤਾ ਹੋਣ ਦੇ ਨਾਤੇ ਤੁਹਾਡੇ ਕੋਲੋਂ ਇਹ ਸਵਾਲ ਜ਼ਰੂਰ ਪੁੱਛਾਂਗਾ ਕਿ ਜਿਸ ਤਰ੍ਹਾਂ ਦੀ ਹੋੜ ਲੱਗੀ ਸੀ ਬੀਜੇਪੀ ਵਿੱਚ ਐਂਟਰੀ ਕਰਨ ਦੀ ਲੋਕਾਂ ਦੀ, ਰੱਬ ਮੰਨ ਲਓ ਕਿ ਸਰਕਾਰ ਨਹੀਂ ਆਉਂਦੀ ਤੇ ਸਾਰੇ ਬੰਗਾਲ ਦੀ ਤਰ੍ਹਾਂ ਵਾਪਸ ਹੋ ਜਾਣਗੇ ਜਾਂ ਟਿਕਣਗੇ? ਭਾਰਤੀ ਜਨਤਾ ਪਾਰਟੀ ਇੱਕ ਬਹੁਤ ਵੱਡਾ ਸਮੁੰਦਰ ਹੈ, ਬਹੁਤ ਵੱਡਾ ਸਮੁੰਦਰ ਹੈ। ਬੰਗਾਲ ਦੇ ਵਿੱਚ ਵੀ ਕੋਈ 2 4 5 ਜਿਹੜੇ ਅਪੋਰਚੁਨਿਸਟ ਚਿਹਰੇ ਆਏ ਸੀ, ਚਲੇ ਗਏ ਵਾਪਸ। ਲੇਕਿਨ ਅੱਜ ਵੀ ਜਿਹੜਾ ਇੱਕ ਲੋਕਲ ਲੈਵਲ ਦਾ ਕਾਰਜਕਰਤਾ ਜਿਹਨੇ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਅਡਾਪਟ ਕਰਕੇ ਜਨਤਾ ਪਾਰਟੀ ਜੁਆਇਨ ਕੀਤੀ, ਉਹ ਅੱਜ ਵੀ ਕਮਿਟਡ ਹੈ। ਔਰ ਜਿਹੜਾ ਕਾਰਜਕਰਤਾ ਸਾਡੇ ਸੰਗਠਨ ਨੂੰ ਸਮਝ ਕੇ ਆਉਂਦਾ, ਅਪੋਰਚੁਨਿਸਟ ਕਿਤੇ ਵੀ ਨਹੀਂ ਟਿਕ ਸਕਦੇ ਹੁੰਦੇ, ਅਪੋਰਚੁਨਿਸਟ ਕਿਤੇ ਵੀ ਨਹੀਂ ਟਿਕ ਸਕਦੇ ਹੁੰਦੇ। ਤਾਂ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਸਮਝ ਕੇ ਜਿਹੜੇ ਲੋਕ ਭਾਰਤੀ ਜਨਤਾ ਪਾਰਟੀ 'ਚ ਆਏ ਨੇ, ਉਹਨਾਂ ਦੇ ਉੱਤੇ ਵੀ ਬਹੁਤ ਵੱਡੇ ਵੱਡੇ ਸਕੈਨਰ ਲੱਗੇ ਨੇ। ਔਰ ਮੈਂ ਜਾਤੀ ਤੌਰ ਤੇ ਮਹਿਸੂਸ ਕਰਦਾ ਕਿ ਜਿੰਨੀ ਸੀਨੀਅਰ ਲੀਡਰਸ਼ਿਪ ਭਾਰਤੀ ਜਨਤਾ ਪਾਰਟੀ ਦੇ ਵਿੱਚ ਨਵੀਂ ਆਈ, ਉਹ ਸਾਰੀ ਦੀ ਸਾਰੀ ਬੜੀ ਲੰਬੀ ਦੂਰ ਤੋਂ ਹੀ ਲੜਾਈ ਲੜਨ ਵਾਲੀ ਆਈ ਆ। ਬੜੇ ਸਾਫ਼ ਚਿਹਰੇ ਆਏ ਨੇ, ਉਹਨਾਂ ਦਾ ਵੀ ਪਿਛੋਕੜ ਪਛਾਣਿਆ ਗਿਆ। ਮੈਂ ਐਗਜ਼ਾਮਪਲ ਦਊਂਗਾ ਯਾਰ, ਸਾਡੇ ਸ਼ਹਿਰ ਦਾ ਇੱਕ ਨੌਜਵਾਨ ਭਾਰਤੀ ਜਨਤਾ ਪਾਰਟੀ ਦੇ ਟਿਕਟ ਤੇ ਲੜ ਰਿਹਾ, ਰਣਜੀਤ ਸਿੰਘ ਖੋਜੇਵਾਲ। ਉਸ ਬੰਦੇ ਦਾ ਪਿਛਲੇ ਸਾਲ 20 ਸਾਲਾਂ ਦਾ ਰਿਕਾਰਡ ਤੇ ਦੇਖੋ। ਇੱਥੇ ਤੇ ਸਾਫ਼ ਸੁਥਰੇ ਲੋਕ ਨੇ, ਸ਼ਰੀਫ ਲੋਕ ਨੇ, ਇਹ ਪਾਰਟੀ ਦੇ ਵਿੱਚ ਟਿਕੇ ਹੋਏ ਨੇ। ਇਹਨਾਂ ਨੇ ਅਗਾਂਹ ਟਿਕਣਾ, ਔਰ ਨੌਜਵਾਨ ਮੋਢਿਆਂ ਨੇ ਅਗਾਂਹ ਪਾਰਟੀ ਨੂੰ ਅੱਗੇ ਲੈ ਕੇ ਜਾਣਾ। ਅਸੀਂ ਉਹਨਾਂ ਨੂੰ ਕਿਸੇ ਟਾਈਮ ਤੇ ਆ ਕੇ ਮਾਰਗਦਰਸ਼ਨ ਬਣ ਜਾਣਾ। ਧੰਨਵਾਦ ਸ਼ਾਰਦਾ ਜੀ। ਥੈਂਕ ਯੂ। 10 ਮਾਰਚ ਨੂੰ ਆਉਣ ਵਾਲਾ ਹੀ ਰਿਜ਼ਲਟ ਸੱਚ ਮੰਨਿਆ ਜਾਏਗਾ। ਇਹ ਸਨ ਨੇਤਾਵਾਂ ਦੇ ਆਪੋ ਆਪਣੇ ਦਾਅਵੇ। ਉਮੀਦ ਹੈ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਤੁਸੀਂ ਜੁੜੇ ਰਹੋ ਨਿਊਜ਼ 9 ਪੰਜਾਬ ਦੇ ਨਾਲ। ਮਿਲਦੇ ਹਾਂ ਅਗਲੀ ਵਾਰ ਇੱਕ ਨਵੀਂ ਸ਼ਖਸੀਅਤ ਦੇ ਨਾਲ। ਤਦ ਤੱਕ ਲਈ ਧੰਨਵਾਦ।